Good morning, students. Today we are going to start with chapter number 4, structure of atom. ਜਿਹੜੇ ਇਹਦੇ in text questions ਆ ਉਹਨਾਂ ਨਾਲ ਆਪਾਂ start ਕਰਨ ਲੱਗੇ ਹਾਂ, ਠੀਕ ਹੈ? ਤਾਂ first question ਹੈਗਾ what are canal rays, ਠੀਕ ਹੈ? Canal rays ਕੀ ਹੁੰਦੀਆਂ ਹੈਗੀਆਂ, ਠੀਕ ਹੈ? ਤਾਂ ਉਹ ਕਹਿੰਦਾ beam of rays or stream of particles which travel in a direction away from anode, ਠੀਕ ਹੈ? ਜਿਹੜਾ ਕਿ ਐਨੋਡ ਤੋਂ ਕੈਥੋਡ ਵੱਲ ਜਾਂਦਾ ਹੈ, ਐਨੋਡ ਤੋਂ ਕੈਥੋਡ ਜਿਹੜੀਆਂ ਰੇਜ਼ ਮੂਵ ਕਰਦੀਆਂ ਉਹਨਾਂ ਨੂੰ ਅਸੀਂ ਕੈਨਾਲ ਰੇਜ਼ ਕਹਿ ਦਿੰਦੇ ਹਾਂ, ਠੀਕ ਹੈ? ਕੈਥੋਡ ਵੱਲ ਜਾਂਦੀਆਂ, ਸੀ ਤੇ ਕੈਥੋਡ ਆ, ਸੀ ਤੇ ਕੈਨਾਲ ਆ। ਤਾਂ ਹੁਣ ਤੁਸੀਂ ਦੇਖੋ ਵੀ ਜਿਹੜਾ ਐਨੋਡ ਹੁੰਦਾ ਰਾਜੇ ਉਹ ਪੋਜ਼ਿਟਿਵ ਹੁੰਦਾ ਹੈਗਾ, ਠੀਕ ਹੈ? ਤੇ ਜਿਹੜਾ ਕੈਥੋਡ ਆ ਉਹ ਨੈਗੇਟਿਵ ਹੁੰਦਾ ਹੈਗਾ, ਕਲੀਅਰ? ਤਾਂ ਹੁਣ ਤੁਸੀਂ ਦੇਖੋ ਵੀ ਜਿਹੜੀਆਂ ਐਨੋਡ ਟੂ ਕੈਥੋਡ ਜਾ ਰਹੀਆਂ ਇਟ ਮੀਨਸ ਕਿ ਉਹ ਪੋਜ਼ਿਟਿਵਲੀ ਚਾਰਜਡ ਆ, ਤਾਂ ਹੀ ਉਹ ਨੈਗੇਟਿਵ ਵੱਲ ਅਟਰੈਕਟ ਹੋ ਰਹੀਆਂ, ਠੀਕ ਹੈ? ਤਾਂ ਉਹ ਕਹਿੰਦਾ ਜਦੋਂ ਆਪਾਂ ਕਿਸੇ ਗੈਸ ਨੂੰ ਡਿਸਚਾਰਜ ਟਿਊਬ ਦੇ ਵਿੱਚੋਂ ਦੀ ਪਾਸ ਕਰਦੇ ਹਾਂ ਹਾਈ ਵੋਲਟੇਜ ਤੇ ਲੋ ਪ੍ਰੈਸ਼ਰ ਤੇ, ਠੀਕ ਹੈ? ਤਾਂ ਪੋਜ਼ਿਟਿਵਲੀ ਚਾਰਜਡ ਜਿਹੜੀਆਂ ਰੇਜ਼ ਨਿਕਲਦੀਆਂ ਜਿਹੜੀਆਂ ਕਿ ਕੈਥੋਡ ਵੱਲ ਜਾਂਦੀਆਂ ਇਹਨਾਂ ਨੂੰ ਕੈਨਾਲ ਰੇਜ਼ ਕਹਿੰਦੇ ਆ, ਤੇ ਇਹਨਾਂ ਨੂੰ ਈ ਗੋਲਡਸਟੀਨ ਨੇ ਡਿਸਕਵਰ ਕੀਤਾ ਸੀ, ਠੀਕ ਹੈ? ਫਸਟ ਕੁਐਸਚਨ ਕਲੀਅਰ ਹੋ ਗਿਆ ਸਾਰਿਆਂ ਨੂੰ? Yes, ma'am. Next अपने को second question देखो, if an atom contains one electron and one proton, अगर एक अपने को एलिमेंट आ कोई ਉਹਦੇ ਵਿੱਚ ਇੱਕ ਇਲੈਕਟ੍ਰੋਨ ਆ ਤੇ ਇੱਕ ਹੀ ਪ੍ਰੋਟੋਨ ਆ, ਠੀਕ ਹੈ? ਤਾਂ ਉਹ ਕਹਿੰਦਾ will it carry any charge or not, ਠੀਕ ਹੈ? ਜਿਹੜਾ ਇਲੈਕਟ੍ਰੋਨ ਹੋਊਗਾ ਰਾਜੇ ਉਹਦੇ ਤੇ ਆਪਾਂ ਨੂੰ ਪਤਾ ਹੈਗਾ ਵੀ ਉਹਦੇ ਤੇ ਹੋਊਗਾ ਨੈਗੇਟਿਵ ਚਾਰਜ, ਠੀਕ ਹੈ? ਤੇ ਜਿਹੜਾ ਪ੍ਰੋਟੋਨ ਆ ਉਹਦੇ ਤੇ ਹੋਊਗਾ ਪੋਜ਼ਿਟਿਵ ਚਾਰਜ। ਹੁਣ ਜਿੰਨਾ ਇਲੈਕਟ੍ਰੋਨ ਆ ਉਨੇ ਹੀ ਪ੍ਰੋਟੋਨ ਆ, ਮਤਲਬ ਇੱਕ ਇਲੈਕਟ੍ਰੋਨ ਆ ਤੇ ਇੱਕ ਹੀ ਪ੍ਰੋਟੋਨ ਆ, ਠੀਕ ਹੈ? ਤਾਂ ਕਰਕੇ ਉਹ ਕਹਿੰਦਾ ਵੀ ਜਿਹੜਾ ਟੋਟਲ ਚਾਰਜ ਆ ਇਲੈਕਟ੍ਰੋਨ ਦਾ ਉਹ ਨਿਊਟਰਲਾਈਜ਼ ਹੋ ਜਾਊਗਾ ਬਾਈ ਦਾ ਚਾਰਜ ਆਫ ਪ੍ਰੋਟੋਨ, ਤੇ ਓਵਰਆਲ ਜਿਹੜਾ ਹੈਗਾ ਕੋਈ ਵੀ ਚਾਰਜ ਉਹਦੇ ਤੇ ਨਹੀਂ ਹੋਏਗਾ, ਠੀਕ ਹੈ? ਓਵਰਆਲ ਕੋਈ ਵੀ ਚਾਰਜ ਨਹੀਂ ਹੋਏਗਾ ਐਟਮ ਤੇ, ਨੋ ਚਾਰਜ ਵਿਲ ਬੀ देयर, ਠੀਕ ਹੈ ਜੀ? ਸੈਕਿੰਡ ਕੁਐਸਚਨ ਕਲੀਅਰ ਹੋ ਗਿਆ? Yes, ma'am. हाँ जी। थर्ड क्वेश्चन देखो, नेम द 3 सब एटॉमिक पार्टिकल्स ऑफ एन एटम। 3 सब एटॉमिक पार्टिकल्स ਆਪਾਂ ਦੇਖਣੇ ਆ ਵੀ ਕਿਹੜੇ ਕਿਹੜੇ ਹੁੰਦੇ ਆ। ਇਹ ਆਪਾਂ ਨੂੰ ਕਲੀਅਰ ਹੀ ਹੈ, ਇਲੈਕਟ੍ਰੋਨ, ਪ੍ਰੋਟੋਨ ਤੇ ਨਿਊਟ੍ਰੋਨ, ਠੀਕ ਹੈ? ਇਲੈਕਟ੍ਰੋਨ ਤੇ 네ਗੇਟਿਵ ਚਾਰਜ ਆ, ਪ੍ਰੋਟੋਨ ਤੇ ਪੋਜ਼ਿਟਿਵ ਚਾਰਜ ਆ ਤੇ ਨਿਊਟ੍ਰੋਨ ਦੇ ਉੱਪਰ ਨੋ ਚਾਰਜ, ਠੀਕ ਹੈ? 3 सब एटॉमिक पार्टिकल्स ਹੈ, ਇਹ ਵੀ ਕਲੀਅਰ ਹੈ? Repeat करिए। हाँ जी राजे, 3 सब एटॉमिक पार्टिकल पूछा। सब एटॉमिक का मतलब ਹੁੰਦਾ ਜਿਹੜੇ ਐਟਮ ਦੇ ਅੰਦਰ ਹੋਣ, ਠੀਕ ਹੈ? ਤਾਂ ਐਟਮ ਦੇ ਅੰਦਰ ਆਪਣੇ ਕੋਲ 3 ਪਾਰਟੀਕਲ ਹੈ, ਇਲੈਕਟ੍ਰੋਨ, ਪ੍ਰੋਟੋਨ ਤੇ ਨਿਊਟ੍ਰੋਨ। ਇਲੈਕਟ੍ਰੋਨ ਤੇ ਆਪਾਂ ਪੜਿਆ ਵੀ 네ਗੇਟਿਵ ਚਾਰਜ ਹੁੰਦਾ ਹੈ, ਪ੍ਰੋਟੋਨ ਤੇ ਪੋਜ਼ਿਟਿਵ ਚਾਰਜ ਹੁੰਦਾ ਹੈ ਤੇ ਨਿਊਟ੍ਰੋਨ ਦੇ ਉੱਪਰ ਕੋਈ ਵੀ ਚਾਰਜ ਨਹੀਂ ਹੁੰਦਾ, ਨੋ ਚਾਰਜ ਇਜ਼ देयर, ਠੀਕ ਹੈ? Okay. हाँ जी। नेक्स्ट फोर्थ क्वेश्चन देखो हुण, फोर्थ क्वेश्चन उन्होंने क्या है कि हीलियम एटम हैज एन एटॉमिक मास ऑफ 4u, ठीक है? हीलियम एटम दे कोल एक 4u दा एटॉमिक मास है एंड 2 प्रोटॉन्स इन इट्स न्यूक्लियस, ते ਇਹਦੇ ਨਿਊਕਲੀਅਸ ਦੇ ਅੰਦਰ 2 ਪ੍ਰੋਟੋਨਸ ਆ, ਮਤਲਬ ਉਹਦਾ ਐਟੋਮਿਕ ਮਾਸ ਤਾਂ ਹੈਗਾ 4u, u ਤੇ ਗ੍ਰਾਮ ਇੱਕੋ ਹੀ ਹੁੰਦੇ ਆ। u ਐਟੋਮਿਕ ਮਾਸ ਯੂਨਿਟ ਲਈ ਟਰਮ ਯੂਜ਼ ਹੁੰਦੀ ਆ, ਉਹਨੂੰ ਕਹਿੰਦੇ ਆ। ਤੇ ਉਹਨੇ ਕੁਐਸਚਨ ਪੁੱਛਿਆ ਹਾਊ ਮੈਨੀ ਨਿਊਟ੍ਰੋਨਸ ਡਸ ਇਟ ਹੈਵ, ਵੀ ਇਹਦੇ ਕੋਲ ਕਿੰਨੇ ਨਿਊਟ੍ਰੋਨਸ ਹੋਣਗੇ? ਤਾਂ ਤੁਸੀਂ ਦੇਖੋ ਪਹਿਲਾਂ ਤਾਂ ਉਹਨਾਂ ਨੇ ਕਿਹਾ ਐਟੋਮਿਕ ਮਾਸ ਕਿੰਨਾ ਹੈਗਾ 4u, है ना? ਇਹਨੂੰ ਹੀ ਮਾਸ ਨੰਬਰ ਕਹਿੰਦੇ ਆ, ਮਤਲਬ ਇਹ a ਦੀ ਵੈਲਿਊ ਆ, ਠੀਕ ਹੈ? ਤੇ ਆਪਣੇ ਕੋਲੇ ਉਹਨੇ ਕਿਹਾ ਹੈਗਾ ਵੀ ਪ੍ਰੋਟੋਨ ਕਿੰਨੇ ਆ p2, ਠੀਕ ਹੈ? p ਆਪਣੇ ਕੋਲ 2 ਆ ਤੇ ਆਪਾਂ ਫਾਰਮੂਲਾ ਕੀ ਕੀਤਾ ਸੀ, a is equal to n plus p, atomic mass is equal to number of neutrons plus number of protons, ਇਹੀ ਕੀਤਾ ਸੀ ਨਾ ਫਾਰਮੂਲਾ? Yes, ma'am.
हाँ जी, तो Yes, न्यूट्रॉन कारे इक्वल होणगे A माइनस B, ठीक है। A अपने कोल हैगा 4 माइनस नंबर ऑफ प्रोटॉन हैगे 2, तो नंबर ऑफ न्यूट्रॉन भी किन्ने हो जाणगे 2, ठीक है जी। क्लियर है सब नू? yes, हाँ जी बच्चे, 4th क्वेश्चन तक एक बार रीड आउट कर लो, ठीक है। 2-3 मिनट्स आ ਤੁਹਾਡੇ ਕੋਲੇ, ਇੱਕ ਵਾਰ ਦੇਖ ਲਓ, ਅਗਰ ਕਿਸੇ ਨੂੰ ਕੋਈ ਡਾਊਟ ਆ ਤਾਂ ਮੈਨੂੰ ਪੁੱਛ ਲਓ, ਫਿਰ ਆਪਾਂ ਨੈਕਸਟ 5th क्वेश्चन ਕਰਦੇ ਹਾਂ। no, ma'am, नहीं confusion. ਓਕੇ, ਕਲੀਅਰ ਹੈ ਸਭ ਨੂੰ? ਨੈਕਸਟ ਆਪਣੇ ਕੋਲ ਦੇਖੋ 5th क्वेश्चन ਆ, ਔਨ ਦਾ ਬੇਸਿਸ ਆਫ ਥਾਮਸਨਸ ਮਾਡਲ ਆਫ ਐਟਮ, ਜਿਹੜਾ ਮੈਂ ਤੁਹਾਨੂੰ ਪਰਸੋਂ ਕਰਵਾਇਆ ਸੀਗਾ। ਥਾਮਸਨਸ ਮਾਡਲ ਆਫ ਐਟਮ ਦੇ ਬੇਸਿਸ ਤੇ ਤੁਸੀਂ ਐਕਸਪਲੇਨ ਕਰਨਾ ਵੀ ਇੱਕ ਐਟਮ ਕਿਵੇਂ ਨਿਊਟਰਲ ਹੁੰਦਾ ਐਜ਼ ਅ ਹੋਲ। ਨਿਊਟਰਲ ਦਾ ਮਤਲਬ ਹੁੰਦਾ ਨੋ ਚਾਰਜ, ਠੀਕ ਹੈ। ਤਾਂ ਉਹ ਕਹਿੰਦਾ ਥਾਮਸਨ ਦੇ ਮਾਡਲ ਦੇ ਬੇਸ ਤੇ ਤੁਸੀਂ ਕਿਵੇਂ ਐਕਸਪਲੇਨ ਕਰੋਗੇ ਵੀ ਐਟਮ ਦੇ ਉੱਪਰ ਓਵਰਆਲ ਕੋਈ ਵੀ ਚਾਰਜ ਨਹੀਂ ਹੁੰਦਾ, ਠੀਕ ਹੈ। ਪਹਿਲਾਂ ਆਪਾਂ ਥਾਮਸਨ ਦਾ ਮਾਡਲ ਦੇਖਦੇ ਹਾਂ ਵੀ ਕੀ ਕਹਿੰਦਾ ਸੀਗਾ। According to Thomson's model, ਉਹ ਕਹਿੰਦਾ an atom may be regarded as a uniform sphere of positive charge, ਹੈ ਨਾ। ਥਾਮਸਨ ਦੇ ਮਾਡਲ ਨੇ ਇਹੀ ਕਿਹਾ ਸੀ ਨਾ ਵੀ ਜਿਹੜਾ ਇੱਕ ਐਟਮ ਆ ਉਹ ਸਫੀਅਰ ਆ ਪੋਜ਼ਿਟਿਵ ਚਾਰਜ ਦੀ, ਠੀਕ ਹੈ। ਪੋਜ਼ਿਟਿਵ ਚਾਰਜ ਆ ਉਹਦੇ ਉੱਪਰ। ਓਕੇ, ਤੇ ਉਹ ਕਹਿੰਦਾ ਵੀ ਇਨ ਵਿਚ ਨੈਗੇਟਿਵਲੀ ਚਾਰਜਡ ਇਲੈਕਟ੍ਰੋਨਸ ਆਰ ਐਮਬੈਡਡ ਲਾਈਕ ਦ ਸੀਡਸ ਇਨ ਅ ਵਾਟਰਮੈਲਨ। ਤੇ ਇਹਦੇ ਵਿੱਚ ਨੈਗੇਟਿਵ ਚਾਰਜ ਜਿਹੜਾ ਸੀ ਉਹ ਇਸ ਤਰ੍ਹਾਂ ਨਾਲ ਪਿਆ ਸੀ ਜਿਵੇਂ ਤਰਬੂਜ ਦੇ ਵਿੱਚ ਸੀਡਸ ਪਏ ਹੁੰਦੇ ਆ, ਆਪਾਂ ਇਹੀ ਕਿਹਾ ਸੀ, ਹੈਨਾ। ਸੈਕਿੰਡ ਪੁਆਇੰਟ ਉਹਨੇ ਕਿਹਾ ਸੀ ਵੀ ਟੋਟਲ ਪੋਜ਼ਿਟਿਵ ਚਾਰਜ ਇਜ਼ ਇਕੁਅਲ ਟੂ ਦਾ ਟੋਟਲ ਨੈਗੇਟਿਵ ਚਾਰਜ ਔਨ ਆਲ ਦਾ ਇਲੈਕਟ੍ਰੋਨਸ ਸੋ ਦੈਟ ਐਟਮਸ ਔਨ ਦਾ ਹੋਲ ਇਜ਼ ਇਲੈਕਟ੍ਰੀਕਲੀ ਨਿਊਟਰਲ। ਜਿੰਨਾ ਪੋਜ਼ਿਟਿਵ ਚਾਰਜ ਸੀਗਾ, ਠੀਕ ਹੈ, ਉਹ ਇਕੁਅਲ ਸੀਗਾ ਨੈਗੇਟਿਵ ਚਾਰਜ ਦੇ, ਠੀਕ ਹੈ ਜੀ। ਪੋਜ਼ਿਟਿਵ ਤੇ ਨੈਗੇਟਿਵ ਚਾਰਜ ਦੋਨੇ ਆਪਸ ਚ ਇਕੁਅਲ ਸੀਗੇ। ਉਹ ਕਹਿੰਦਾ ਤਾਂ ਕਰਕੇ ਜਿਹੜਾ ਐਟਮ ਐਜ਼ ਅ ਹੋਲ ਨਿਊਟਰਲ ਸੀਗਾ, ਠੀਕ ਹੈ। ਕਲੀਅਰ ਹੋ ਗਿਆ ਰਾਜੇ ਸਾਰਿਆਂ ਨੂੰ? ਥਾਮਸਨਸ ਮਾਡਲ ਦੀਆਂ ਮਤਲਬ ਸਟੇਟਮੈਂਟਸ ਹੀ ਲਿਖ ਦੇਣੀਆਂ ਇਹਦੇ ਵਿੱਚ। ਫਸਟ ਪੁਆਇੰਟ ਆਪਾਂ ਬਣਾਇਆ ਵੀ ਜਿਹੜਾ ਐਟਮ ਸਫੀਅਰ ਹੁੰਦਾ ਹੈਗਾ ਜਿਹੜਾ ਕਿ ਪੋਜ਼ਿਟਿਵਲੀ ਚਾਰਜਡ ਹੁੰਦਾ ਹੈਗਾ, ਤੇ ਉਹਦੇ ਵਿੱਚ ਇਲੈਕਟ੍ਰੋਨਸ ਇਸ ਤਰ੍ਹਾਂ ਨਾਲ ਪਏ ਆ ਜਿਵੇਂ ਸੀਡਸ ਇਨ ਅ ਵਾਟਰਮੈਲਨ, ਠੀਕ ਹੈ। ਤੇ ਇਹਦੇ ਵਿੱਚ ਆਪਣੇ ਕੋਲ ਪੋਜ਼ਿਟਿਵ ਚਾਰਜ ਜਿਹੜਾ ਹੈਗਾ ਉਹ ਨੈਗੇਟਿਵ ਚਾਰਜ ਦੇ ਇਕੁਅਲ ਹੁੰਦਾ ਹੈਗਾ, ਠੀਕ ਹੈ। ਜਿੰਨਾ ਮਤਲਬ ਕਿ ਸਫੀਅਰ ਤੇ ਚਾਰਜ ਆ ਉਨਾ ਹੀ ਨੰਬਰ ਆਫ ਇਲੈਕਟ੍ਰੋਨਸ ਹੋਣਗੇ, ਠੀਕ ਹੈ, ਜਿਹਦੇ ਕਰਕੇ ਪੋਜ਼ਿਟਿਵ ਤੇ ਨੈਗੇਟਿਵ ਚਾਰਜ ਦੋਨੇ ਆਪਸ ਚ ਇਕੁਅਲ ਹੋਣਗੇ ਤੇ ਕੈਂਸਲ ਹੋ ਜਾਣਗੇ, ਤੇ ਐਜ਼ ਅ ਹੋਲ ਜਿਹੜਾ ਐਟਮ ਆ ਉਹ ਇਲੈਕਟ੍ਰੀਕਲੀ ਨਿਊਟਰਲ ਰਹੇਗਾ, ਠੀਕ ਹੈ ਜੀ। ਕਲੀਅਰ ਹੈ ਬੱਚੇ ਸਭ ਨੂੰ? Yes, ma'am. ਓਕੇ, ਉਸ ਤੋਂ ਬਾਅਦ ਤੁਸੀਂ ਆ ਜਾਓ 6th ਕੁਐਸਚਨ ਤੇ। 6th ਕੁਐਸਚਨ ਦੇਖੋ, ਔਨ ਦਾ ਬੇਸਿਸ ਆਫ ਰਦਰਫੋਰਡਸ ਮਾਡਲ ਆਫ ਐਨ ਐਟਮ, ਰਦਰਫੋਰਡ ਦੇ ਮਾਡਲ ਦੇ ਬੇਸ ਤੇ which subatomic particle is present in the nucleus of an atom? ਨਿਊਕਲੀਅਸ ਦੇ ਅੰਦਰ ਕਿਹੜਾ ਸਬਐਟੋਮਿਕ ਪਾਰਟੀਕਲ ਜਿਹੜਾ ਉਹ ਪ੍ਰੈਜ਼ੈਂਟ ਹੁੰਦਾ? ਤਾਂ ਨਿਊਕਲੀਅਸ ਦੇ ਅੰਦਰ ਕੀ ਕੀ ਹੁੰਦਾ ਦੱਸ ਸਕਦੇ ਆ? ਨਿਊਕਲੀਅਸ ਦੇ ਅੰਦਰ ਕਿਹੜੀ ਕਿਹੜੀ ਚੀਜ਼ ਹੁੰਦੀ ਹੈ ਬੱਚੇ, ਦੱਸ ਸਕਦੇ ਹੋ? ਹਾਂਜੀ, ਮੈਮ ਕੀ ਪੁੱਛਿਆ ਸੀ ਤੁਸੀਂ? ਨਿਊਕਲੀਅਸ ਦੇ ਅੰਦਰ ਕਿਹੜੀ ਕਿਹੜੀ ਚੀਜ਼ ਪ੍ਰੈਜ਼ੈਂਟ ਹੁੰਦੀ ਆ? ਨਿਊਕਲੀਅਸ ਦੇ ਅੰਦਰ ਜਿਸ ਦਿਨ ਦਾ ਆਪਣਾ ਲੈਕਚਰ ਲੱਗਣ ਲੱਗਾ ਹੈ ਜੀ, ਮੈਂ ਕਾਫੀ ਵਾਰ ਰਿਪੀਟ ਕੀਤੀ ਹੈ ਇਹ ਚੀਜ਼, ਪਰ ਤੁਸੀਂ ਫਿਰ ਵੀ ਨਹੀਂ ਦੱਸ ਰਹੇ। ਤਾਂ ਤੁਸੀਂ ਦੇਖੋ, ਮੈਂ ਤੁਹਾਨੂੰ ਦੱਸਿਆ ਸੀ ਵੀ ਨਿਊਕਲੀਅਸ ਦੇ ਅੰਦਰ ਹੁੰਦੇ ਆ ਪ੍ਰੋਟੋਨ ਤੇ ਨਿਊਟਰੋਨ, ਤੇ ਨਿਊਕਲੀਅਸ ਦੇ ਬਾਹਰ ਜਿਹੜੇ ਹੈਗੇ ਆ ਹਨਾ ਉਹ ਇਲੈਕਟ੍ਰੋਨ ਰਿਵੋਲਵ ਕਰਦੇ ਆ, ਠੀਕ ਹੈ, ਇਲੈਕਟ੍ਰੋਨ ਬਾਹਰ ਘੁੰਮਦੇ ਆ। ਤਾਂ ਜਦੋਂ ਰਦਰਫੋਰਡ ਦਾ ਮਾਡਲ ਬਣਿਆ ਸੀ ਰਾਜੇ ਉਸ ਟਾਈਮ ਤੱਕ ਨਿਊਟਰੋਨ ਦੀ ਖੋਜ ਨਹੀਂ ਹੋਈ ਸੀ। ਤਾਂ ਇਹਦਾ ਆਨਸਰ ਉਹਨਾਂ ਨੇ ਕਿਹਾ ਹੈਗਾ ਵੀ ਪ੍ਰੋਟੋਨ ਦਾ ਪੋਜ਼ਿਟਿਵਲੀ ਚਾਰਜ ਸਬਐਟੋਮਿਕ ਪਾਰਟੀਕਲ ਇਜ਼ ਪ੍ਰੈਜ਼ੈਂਟ ਇਨ ਦ ਨਿਊਕਲੀਅਸ ਆਫ ਐਨ ਐਟਮ। ਜਿਹੜਾ ਪ੍ਰੋਟੋਨ ਹੁੰਦਾ ਹੈਗਾ ਹਨਾ ਜਸਟ ਉਹ ਨਿਊਕਲੀਅਸ ਦੇ ਵਿੱਚ ਪ੍ਰੈਜ਼ੈਂਟ ਹੈ ਅਕੋਰਡਿੰਗ ਟੂ ਰਦਰਫੋਰਡ, ਠੀਕ ਹੈ।
ਬਟ ਉਸ ਤੋਂ ਬਾਅਦ ਜਿਹੜੀ ਰਿਸਰਚਸ ਹੋਈਆਂ ਨਿਊਟਰੋਨ ਦੀ ਖੋਜ ਹੋਈ ਆ ਤੇ ਜੇ ਤੁਹਾਨੂੰ ਵੈਸੇ ਨਾਰਮਲੀ ਕੋਈ ਪੁੱਛੇ ਵੀ ਨਿਊਕਲੀਅਸ ਦੇ ਅੰਦਰ ਕੀ ਕੁਝ ਹੁੰਦਾ ਤਾਂ ਤੁਸੀਂ ਕਹਿਣਾ ਪ੍ਰੋਟੋਨ ਤੇ ਨਿਊਟਰੋਨ। ਜੇ ਕੋਈ ਪੁੱਛੇ ਵੀ ਰਦਰਫੋਰਡ ਦੇ ਮਾਡਲ ਦੇ ਅਕੋਰਡਿੰਗ ਨਿਊਕਲੀਅਸ ਦੇ ਅੰਦਰ ਕੀ ਹੁੰਦਾ ਤਾਂ ਕੱਲਾ ਪ੍ਰੋਟੋਨ ਕਹਿਣਾ ਹੈਗਾ। ਠੀਕ ਹੈ, ਕਲੀਅਰ ਹੋ ਗਿਆ ਬੱਚੇ ਇਹ ਚੀਜ਼? ਯੈਸ ਮੈਮ। ਹਾਂਜੀ, ਦੈਨ ਆਪਣੇ ਕੋਲ ਹੈਗਾ 7th ਕੁਐਸਚਨ। ਉਹ ਕਹਿੰਦਾ ਇੱਕ ਸਕੈਚ ਬਣਾਉਣਾ ਬੋਹਰਸ ਮਾਡਲ ਆਫ ਐਟਮ ਦਾ ਜਿਹਦੇ ਵਿੱਚ 3 ਸ਼ੈਲਸ ਬਣਾਉਣੀਆਂ ਤੁਸੀਂ। ਠੀਕ ਹੈ, ਤਾਂ ਕੋਈ ਡਿਫਿਕਲਟ ਨਹੀਂ ਹੈਗਾ। ਸੈਂਟਰ ਵਿੱਚ ਆਪਾਂ ਨੂੰ ਪਤਾ ਬੋਹਰਸ ਕੀ ਕਹਿੰਦਾ ਸੀ, ਸੈਂਟਰ 'ਚ ਨਿਊਕਲੀਅਸ ਆ, ਨਿਊਕਲੀਅਸ ਤੇ ਇਦਾਂ ਪੋਜ਼ਿਟਿਵ ਚਾਰਜ ਨਾਲ ਸ਼ੋ ਕਰ ਦਿਓ ਵੀ ਇਹ ਨਿਊਕਲੀਅਸ ਆ, ਤੇ ਉਹਦੇ ਅਰਾਊਂਡ ਬਸ 3 ਸਰਕਲ ਬਣਾਉਣੇ ਆ। ਠੀਕ ਹੈ, ਪਹਿਲਾ ਸਰਕਲ ਕੇ ਸ਼ੈਲ ਆ, ਦੂਸਰਾ ਐਲ ਆ, ਤੀਸਰਾ ਐਮ। KLM ਸ਼ੈਲਸ ਆ ਆਪਣੇ ਕੋਲੇ। ਠੀਕ ਹੈ ਜੀ, K ਵਾਸਤੇ n is equal to 1 ਹੁੰਦਾ ਹੈ, L ਵਾਸਤੇ n is equal to 2 ਹੁੰਦਾ ਹੈ, M ਵਾਸਤੇ n is equal to 3 ਹੁੰਦਾ ਹੈ। ਠੀਕ ਹੈ, ਕਲੀਅਰ ਹੈ ਬੱਚੇ? ਮੈਮ ਦੁਬਾਰਾ ਰਿਪੀਟ ਕਰ ਦਿਓ ਆ ਕੁਐਸਚਨ। ਬੱਚੇ ਉਹਨਾਂ ਨੇ ਕਿਹਾ ਸੀ ਨਾ ਵੀ ਆਪਾਂ ਬੋਹਰਸ ਮਾਡਲ ਆ ਜਿਹੜਾ ਹਨਾ ਉਹਦੀਆਂ 3 ਸ਼ੈਲਸ ਦਾ ਸਕੈਚ ਡਰਾ ਕਰਨਾ। ਤੇ ਪਰਸੋਂ ਜਿਹੜੀ ਆਪਾਂ ਕਲਾਸ ਲਗਾਈ ਸੀਗੀ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਵੀ ਬੋਹਰਸ ਮਾਡਲ ਕਹਿੰਦਾ ਵੀ ਸੈਂਟਰ 'ਚ ਨਿਊਕਲੀਅਸ ਹੁੰਦਾ ਤੇ ਉਹਦੇ ਅਰਾਊਂਡ ਸ਼ੈਲਸ ਦੇ ਵਿੱਚ ਇਲੈਕਟ੍ਰੋਨਸ ਜਿਹੜੇ ਉਹ ਰਿਵੋਲਵ ਕਰਦੇ ਆ। ਉਹ ਸ਼ੈਲਸ ਬਣਾਉਣ ਲਈ ਤੁਸੀਂ ਸਰਕਲ ਬਣਾਉਣੇ ਹੁੰਦੇ ਆ ਉਹਦੇ ਅਰਾਊਂਡ। ਪਹਿਲਾ ਸਰਕਲ ਮਤਲਬ n is equal to 1 K ਸ਼ੈਲ ਆ, ਜਿਵੇਂ ਆਪਾਂ ਇਲੈਕਟ੍ਰੋਨਿਕ ਕਨਫੀਗਰੇਸ਼ਨ 'ਚ ਜਿਹੜੀ K ਯੂਜ਼ ਕੀਤੀ ਹੈ। n is equal to 2 ਲਈ L ਸ਼ੈਲ ਆ। ਠੀਕ ਹੈ, ਦੈਨ n is equal to 3 ਲਈ M ਸ਼ੈਲ ਆ। 3 ਸਰਕਲ ਬਣਾਤੇ। ਜਿਹੜੇ ਆਪਾਂ KLM ਦੇ ਵਿੱਚ ਡਿਸਟ੍ਰੀਬਿਊਸ਼ਨ ਕਰਦੇ ਸੀ ਨਾ ਇਲੈਕਟ੍ਰੋਨਸ ਦੀ, ਉਹ ਵਾਲੀਆਂ ਸ਼ੈਲਸ ਆ ਉਹ ਇਦਾਂ ਹੁੰਦੀਆਂ ਹੈਗੀਆਂ। ਠੀਕ ਹੈ, ਹੁਣ ਆਪਾਂ ਇਹਦੀ ਇੱਕ ਐਗਜ਼ਾਮਪਲ ਲੈ ਕੇ ਵੀ ਮੈਂ ਦੱਸ ਦਿੰਨੀ ਆ। ਵੈਸੇ ਮੈਂ ਉਸ ਦਿਨ ਵੀ ਕਰਵਾਇਆ ਸੀਗਾ ਵੀ ਨਾਈਟ੍ਰੋਜਨ ਜਿਹੜਾ ਹੈ ਨਾ ਉਹਦਾ ਐਟੋਮਿਕ ਨੰਬਰ ਹੁੰਦਾ 7। ਵਟ ਇਜ਼ ਇਟਸ ਕਨਫੀਗਰੇਸ਼ਨ? ਨਾਈਟ੍ਰੋਜਨ 7 ਦੀ ਕਨਫੀਗਰੇਸ਼ਨ ਕੀ ਹੁੰਦੀ ਹੈ? ਦੱਸੋਗੇ? 2 and 5। ਹਾਂਜੀ, K ਦੇ ਵਿੱਚ ਹੁੰਦੇ ਆ 2, L ਦੇ ਵਿੱਚ ਹੁੰਦੇ ਆ 5। ਤਾਂ ਜਿਹੜੀ ਆ K ਵਾਲਾ ਸਰਕਲ ਆ ਤੁਸੀਂ ਇਹਦੇ ਉੱਪਰ ਇਦਾਂ 2 ਡਾਟ ਇਦਾਂ ਬਣਾ ਦੇਣੇ ਆ। ਠੀਕ ਹੈ, ਮਤਲਬ K ਦੇ ਵਿੱਚ ਆਪਾਂ 2 ਇਲੈਕਟ੍ਰੋਨ ਦਿਖਾਤੇ, L ਦੇ ਵਿੱਚ 5 ਹੁੰਦੇ ਆ। ਤਾਂ ਜਿਹੜੀ L ਵਾਲਾ ਸਰਕਲ ਆ ਉਹਦੇ ਤੇ ਤੁਸੀਂ ਇਦਾਂ ਥੋੜੀ ਥੋੜੀ ਡਿਸਟੈਂਸ ਤੇ 5 ਡਾਟਸ ਜਿਹੜੇ ਆ ਉਹ ਬਣਾਉਣੇ ਆ। ਠੀਕ ਹੈ, ਕਲੀਅਰ ਹੈ ਬੱਚੇ? ਹਾਂਜੀ, ਕੁਐਸਚਨ ਕਲੀਅਰ ਹੋ ਗਿਆ ਸਭ ਨੂੰ? ਯੈਸ ਮੈਮ। ਉਸ ਤੋਂ ਬਾਅਦ ਦੇਖੋ ਰਾਜੇ 8th ਕੁਐਸਚਨ। what do you think would be the observation if the alpha particle scattering experiment is carried out using a foil of metal other than gold? ਉਹ ਕਹਿੰਦਾ ਵੀ ਤੁਸੀਂ ਕੀ ਸੋਚਦੇ ਆ ਵੀ ਆਬਜ਼ਰਵੇਸ਼ਨ ਕੀ ਹੋਊਗੀ ਅਗਰ ਅਲਫਾ ਪਾਰਟੀਕਲ ਸਕੈਟਰਿੰਗ ਜਿਹੜਾ ਐਕਸਪੈਰੀਮੈਂਟ ਆਪਾਂ ਕੀਤਾ ਸੀਗਾ ਉਹਦੇ ਵਿੱਚ 골ਡ ਤੋਂ ਬਿਨਾ ਕੋਈ ਹੋਰ ਮੈਟਲ ਆਪਾਂ ਯੂਜ਼ ਕਰਦੇ ਆ। ਜਿਹੜਾ ਮੈਂ ਤੁਹਾਨੂੰ ਕਰਵਾਇਆ ਸੀ ਨਾ ਐਕਸਪੈਰੀਮੈਂਟ ਵੀ ਇਦਾਂ ਕੋਈ ਵੀ ਲੈਡ ਕੈਵਿਟੀ ਹੈ ਇੱਥੇ। ਠੀਕ ਹੈ, ਉਹਦੇ ਵਿੱਚ ਆਪਾਂ ਕੋਈ ਚੀਜ਼ ਰੱਖੀ ਹੋਈ ਆ ਹਨਾ, ਉਹਨੂੰ ਆਪਾਂ ਇੱਥੇ 골ਡ ਫਾਇਲ ਦੇ ਉੱਪਰ ਸਟ੍ਰਾਈਕ ਕਰਾਇਆ ਸੀ ਸਲਿੱਟ ਦੇ ਵਿੱਚੋਂ ਦੀ ਪਾਸ ਕਰਕੇ, ਤੇ ਉਹ ਸਟ੍ਰਾਈਕ ਕਰਦੀ ਸੀਗੀ ਅੱਗੇ ਸਕਰੀਨ ਤੇ ਉੱਥੋਂ ਆਪਾਂ ਆਬਜ਼ਰਵੇਸ਼ਨਸ ਲਈਆਂ ਸੀ। ਹੁਣ ਉਹ ਕਹਿੰਦਾ 골ਡ ਦੀ ਜਗ੍ਹਾ ਅਗਰ ਆਪਾਂ ਕੋਈ ਹੋਰ ਮੈਟਲ ਯੂਜ਼ ਕਰਦੇ ਆ ਤਾਂ ਆਬਜ਼ਰਵੇਸ਼ਨਸ ਕੀ ਹੋਣਗੀਆਂ? ਆਨਸਰ ਉਹ ਕਹਿੰਦਾ ਆਲਮੋਸਟ ਸੇਮ ਬਿਹੇਵੀਅਰ ਇਫ ਦਾ ਮੈਟਲ ਇਜ਼ ਹੈਵੀ ਮੈਟਲ। ਅਗਰ ਆਪਾਂ ਕੋਈ ਹੈਵੀ ਮੈਟਲ ਯੂਜ਼ ਕਰਦੇ ਆ ਜਿਹਦਾ ਐਟੋਮਿਕ ਨੰਬਰ ਜ਼ਿਆਦਾ ਹੈ, ਠੀਕ ਹੈ, ਜਿਨ੍ਹਾਂ ਦਾ ਐਟੋਮਿਕ ਨੰਬਰ ਜ਼ਿਆਦਾ ਹੁੰਦਾ ਰਾਜੇ ਉਹ ਹੈਵੀ ਮੈਟਲਸ ਹੁੰਦੀਆਂ, ਜਿਨ੍ਹਾਂ ਦਾ ਐਟੋਮਿਕ ਨੰਬਰ ਘੱਟ ਹੁੰਦਾ ਹੈਗਾ ਉਹ ਲਾਈਟ ਮੈਟਲਸ ਹੁੰਦੀਆਂ। ਠੀਕ ਹੈ, ਤਾਂ ਅਗਰ ਉਹ ਕਹਿੰਦਾ ਆਪਾਂ ਕੋਈ ਹੋਰ ਹੈਵੀ ਮੈਟਲ ਯੂਜ਼ ਕਰਾਂਗੇ ਤਾਂ ਆਲਮੋਸਟ ਸੇਮ ਬਿਹੇਵੀਅਰ ਹੀ ਆਪਾਂ ਨੂੰ ਵੇਖਣ ਨੂੰ ਮਿਲੂਗਾ। ਠੀਕ ਹੈ, ਕਲੀਅਰ ਹੈ? ਯੈਸ ਮੈਮ। ਨੈਕਸਟ 9th ਕੁਐਸਚਨ ਤੇ ਆ ਜਾਓ। 9th ਕੁਐਸਚਨ ਚ ਉਹਨਾਂ ਨੇ ਕਿਹਾ ਹੈਗਾ ਵੀ ਆਪਾਂ ਇਲੈਕਟ੍ਰੋਨਿਕ ਕਨਫੀਗਰੇਸ਼ਨ ਲਿਖਣੀ ਹੈ ਕਾਰਬਨ ਦੀ ਤੇ ਸੋਡੀਅਮ ਦੀ। ਉਹ ਮੈਂ ਤੁਹਾਨੂੰ ਸਟਾਰਟਿੰਗ ਚ 20 ਤੱਕ ਲਿਖਵਾਏ ਸੀ, ਆਈ ਹੋਪ ਸਾਰਿਆਂ ਨੇ ਯਾਦ ਕਰ ਲਏ ਹੋਣੇ ਆ। ਕਾਰਬਨ ਦਾ ਯੈਸ Z ਮੈਮ। ਹੁੰਦਾ ਹੈਗਾ ਹਾਂਜੀ 6। ਠੀਕ ਹੈ, ਸੋਡੀਅਮ ਦਾ Z ਹੁੰਦਾ ਹੈਗਾ 11। ਓਕੇ, ਤਾਂ K ਤੇ L ਸ਼ੈਲ ਦੇ ਵਿੱਚ ਆਪਾਂ ਇਹਨਾਂ ਨੂੰ ਡਿਸਟ੍ਰੀਬਿਊਟ ਕਰਦੇ ਹਾਂ। ਕਾਰਬਨ ਜਿਹੜਾ 6 ਆ ਤਾਂ ਇਹ ਕੀ ਬਣੂਗੀ ਇਹਦੀ ਕਨਫੀਗਰੇਸ਼ਨ ਹੁਣ?
ਕਾਰਬਨ ਦੀ ਕੀ ਕਨਫੀਗਰੇਸ਼ਨ ਬਣੂਗੀ ਬੱਚੇ? 2 4 ਮੈਮ K ਵਿੱਚ 2 ਸ਼ੈਲਸ ਆ ਜਾਣਗੇ। 2 ਇਲੈਕਟ੍ਰੋਨ, ਹਾਂਜੀ K ਸ਼ੈਲ ਚ 2 ਇਲੈਕਟ੍ਰੋਨ ਆ ਜਾਣਗੇ, L ਸ਼ੈਲ ਵਿੱਚ 4 ਇਲੈਕਟ੍ਰੋਨਸ ਆ ਜਾਣਗੇ। ਠੀਕ ਹੈ, ਤੇ ਸੋਡੀਅਮ ਦਾ Z11 ਆ, ਸੋ ਇਹਦੇ ਕੀ ਬਣੂਗੀ ਕਨਫੀਗਰੇਸ਼ਨ? 2 8 1 ਮੈਮ K ਵਿੱਚ 2 L ਵਿੱਚ 8 ਐਂਡ ਮੈਮ M ਵਿੱਚ 1। ਹਾਂਜੀ ਠੀਕ ਹੈ ਜੀ। 9th ਕੁਐਸਚਨ ਵੀ ਸਭ ਨੂੰ ਕਲੀਅਰ ਹੋ ਗਿਆ। ਨੈਕਸਟ ਆਪਾਂ ਕਰ ਜਾਂਦੇ ਆ 10th ਕੁਐਸਚਨ ਤੇ। ਉਹ ਕਹਿੰਦਾ ਇਫ K ਐਂਡ L ਸ਼ੈਲ ਆਫ ਐਨ ਐਟਮ ਆਰ ਫੁੱਲ, ਅਗਰ K ਤੇ L ਸ਼ੈਲ ਫੁੱਲ ਆ then what would be the total number of electrons in it? ਠੀਕ ਹੈ, ਹੁਣ ਮੇਰੀ ਗੱਲ ਸੁਣੋ, ਆਪਾਂ ਨੂੰ ਪਤਾ ਹੈਗਾ ਵੀ K ਦੀ ਜਿਹੜੀ ਮੈਕਸਿਮਮ ਕੈਪੈਸਿਟੀ ਹੈ that is 2, L ਦੀ ਮੈਕਸਿਮਮ ਕੈਪੈਸਿਟੀ is 8। ਅਗਰ ਮਤਲਬ ਦੋਨੋਂ ਫੁੱਲ ਆ, ਇਹਦੇ ਚ 2 ਆ ਇਹਦੇ ਚ 8 ਆ, ਤਾਂ ਟੋਟਲ ਨੰਬਰ ਆਫ ਇਲੈਕਟ੍ਰੋਨ ਕਿੰਨੇ ਹੋਣਗੇ ਦੱਸੋ? 10 10। ਠੀਕ ਹੈ, 10 ਮੈਮ 2 + 8 10 ਇਲੈਕਟ੍ਰੋਨਸ ਹੋਣਗੇ ਇਹਦੇ ਚ। ਠੀਕ ਹੈ ਜੀ, ਕਲੀਅਰ ਹੈ ਇੱਥੋਂ ਤੱਕ ਸਾਰਿਆਂ ਨੂੰ? ਯੈਸ ਮੈਮ। ਹਾਂਜੀ, then ਆਪਾਂ 11th ਕੁਐਸਚਨ ਦੇਖੋ। how will you find the valency of chlorine, sulfur and magnesium? ਹੁਣ ਆਪਾਂ ਗੱਲ ਕਰਦੇ ਹਾਂ ਕਲੋਰੀਨ, ਸਲਫਰ ਤੇ ਮੈਗਨੀਸ਼ੀਅਮ ਦੀ। chlorine, sulfur and magnesium. What is the atomic number of chlorine? 17 17. Sulfur, sulfur ਦਾ ਕਿੰਨਾ ਹੁੰਦਾ? 16 16. ਮੈਗਨੀਸ਼ੀਅਮ ਦਾ 12 12। ਠੀਕ ਹੈ ਜੀ, ਹੁਣ ਆਪਾਂ KLM ਦੇ ਵਿੱਚ ਇਹਨਾਂ ਨੂੰ ਡਿਸਟ੍ਰੀਬਿਊਟ ਕਰਦੇ ਆ। ਕਲੋਰੀਨ ਦੀ ਕੀ ਕਨਫੀਗਰੇਸ਼ਨ ਬਣੇਗੀ? 2 8 7 2 8 7। ਸਲਫਰ ਦੀ 2 8 6 2 8 6 ਐਂਡ ਮੈਗਨੀਸ਼ੀਅਮ ਦੀ 2 8 2 2 8 2। ਠੀਕ ਹੈ ਜੀ, ਤਾਂ ਨਾਓ ਸੀ ਆਪਾਂ ਕੀਤਾ ਸੀ ਵੈਲੈਂਸੀ ਦੀ ਡੈਫੀਨੇਸ਼ਨ ਵੀ ਵੈਲੈਂਸੀ ਕੀ ਹੁੰਦਾ ਹੈਗਾ? ਐਟਮ ਦੀ ਨੰਬਰ ਆਫ ਇਲੈਕਟ੍ਰੋਨ ਕਿੰਨੇ ਉਹ ਗੇਨ ਜਾਂ ਲੂਜ਼ ਕਰ ਸਕਦਾ ਸੋ ਐਜ਼ ਟੂ ਕੰਪਲੀਟ ਦਾ ਆਕਟੇਟ। ਕਹਿਣ ਦਾ ਮਤਲਬ ਆਪਾਂ ਕਹਿੰਦੇ ਸੀਗੇ ਵੀ ਅਗਰ ਤਾਂ 4 ਤੋਂ ਘੱਟ ਹੈ ਨੰਬਰ ਆਫ ਇਲੈਕਟ੍ਰੋਨ ਬਾਹਰਲੀ ਸ਼ੈਲ ਦੇ, ਆਪਾਂ ਆਊਟਰਮੋਸਟ ਸ਼ੈਲ ਦੇ ਨੰਬਰ ਆਫ ਇਲੈਕਟ੍ਰੋਨਸ ਦੇਖਣੇ ਆ। ਠੀਕ ਹੈ, ਜੇ ਤਾਂ ਉਹ 4 ਤੋਂ ਘੱਟ ਆ ਤਾਂ ਵੈਲੈਂਸੀ 19 ਆ, ਤੇ ਇਹਦੇ ਚੋਂ 4 ਤੋਂ ਘੱਟ ਵਾਲਾ ਕਿਹੜਾ ਕੇਸ ਆ? 4 ਤੋਂ ਘੱਟ ਵਾਲਾ ਕੇਸ ਹੈਗਾ ਸਿਰਫ ਲਾਸਟ ਵਾਲਾ ਮੈਗਨੀਸ਼ੀਅਮ ਵਾਲਾ, ਹੈਨਾ? ਇਹਦੀ ਆਊਟਰਮੋਸਟ ਸ਼ੈਲ ਦੇ ਵਿੱਚ ਓਨਲੀ 2 ਇਲੈਕਟ੍ਰੋਨਸ ਆ, ਸੋ ਇਹਦੀ ਵੈਲੈਂਸੀ 2 ਆਏਗੀ। ਅਗਰ 4 ਤੋਂ ਜ਼ਿਆਦਾ ਨੰਬਰ ਆਫ ਇਲੈਕਟ੍ਰੋਨਸ ਤਾਂ ਆਪਾਂ ਉਹਨਾਂ ਇਲੈਕਟ੍ਰੋਨਸ ਨੂੰ 8 ਚੋਂ ਮਾਈਨਸ ਕਰ ਦੇਣਾ। ਠੀਕ ਹੈ, ਤਾਂ ਇਹ ਬਣ ਜਾਊਗਾ 8 - 7, 8 - 6, 8 - 7 ਹੁੰਦਾ 1, ਸੋ ਆਪਣੇ ਕੋਲ ਕਲੋਰੀਨ ਦੀ ਵੈਲੈਂਸੀ 1 ਹੁੰਦੀ ਹੈ। 8 - 6 ਹੁੰਦਾ 2, ਤੇ ਆਪਣੇ ਕੋਲ ਸਲਫਰ ਦੀ ਵੈਲੈਂਸੀ ਵੀ 2 ਆ। ਠੀਕ ਹੈ ਜੀ, ਕਲੀਅਰ ਹੋਇਆ ਰਾਜੇ ਇੱਥੋਂ ਤੱਕ? ਯੈਸ ਮੈਮ। ਹਾਂਜੀ, ਬਟ ਹੁਣ ਇਹਦੇ ਵਿੱਚ ਇੱਕ ਚੀਜ਼ ਆ ਆਪਣੇ ਕੋਲੇ ਵੀ ਜਿਨ੍ਹਾਂ ਦੀ ਵੈਲੈਂਸੀ ਆਪਾਂ ਨੂੰ ਮਾਈਨਸ ਨਹੀਂ ਕਰਨੀ ਪੈਂਦੀ। ਠੀਕ ਹੈ, ਜਿਨ੍ਹਾਂ ਦੀ ਵੈਲੈਂਸੀ ਆਪਾਂ ਨੂੰ ਮਾਈਨਸ ਨਹੀਂ ਕਰਨੀ ਪੈਂਦੀ ਉਹ ਹੁੰਦੀ ਆ ਪੋਜ਼ਿਟਿਵ ਵੈਲੈਂਸੀ। ਜਿਹੜੀ ਆਪਾਂ ਨੂੰ ਮਾਈਨਸ ਕਰਨੀ ਪੈਂਦੀ ਆ ਉਹ ਹੁੰਦੀ ਆ ਨੈਗੇਟਿਵ ਵੈਲੈਂਸੀ। ਠੀਕ ਹੈ ਜੀ, ਕਲੀਅਰ ਹੈ ਇੱਥੋਂ ਤੱਕ ਬੱਚੇ? ਪਤਾ ਲੱਗ ਗਿਆ ਸਾਰਿਆਂ ਨੂੰ? ਯੈਸ ਹਾਂਜੀ, ਨੈਕਸਟ ਹੁਣ ਦੇਖੋ 12th ਕੁਐਸਚਨ। 12th ਕੁਐਸਚਨ ਦੇ ਵਿੱਚ ਉਹਨਾਂ ਨੇ ਕਿਹਾ ਇਫ the number of protons in an atom are 8 and number of electrons in an atom are 8 and number of protons are also 8। ਅਗਰ ਉਹ ਕਹਿੰਦਾ ਵੀ number of electron ਵੀ 8 ਆ ਤੇ number of proton ਵੀ 8 ਆ, ਠੀਕ ਹੈ, then what is the atomic number of the atom? atomic number ਕਿੰਨਾ ਹੋਏਗਾ ਐਟਮ ਦਾ? ਠੀਕ ਹੈ, ਤੇ ਨੈਕਸਟ ਉਹਨੇ ਸੈਕਿੰਡ ਪਾਰਟ ਪੁੱਛਿਆ ਚਾਰਜ ਕਿੰਨਾ ਹੋਏਗਾ। ਪਹਿਲਾਂ ਤਾਂ ਆਪਾਂ ਇਸ ਚੀਜ਼ ਜਿਹੜੀ ਆਪਾਂ ਨੂੰ ਗਿਵਨ ਆ ਉਹਨੂੰ ਆਪਾਂ ਫਾਰਮੂਲੇਟ ਕਰਦੇ ਆਂ ਵੀ ਕੀ ਰਿਜ਼ਲਟ ਨਿਕਲਦਾ ਉਹਦੇ ਤੋਂ ਆਪਣੇ ਕੋਲੇ। ਕੁਐਸਚਨ ਦੇ ਵਿੱਚ ਗਿਵਨ ਹੈਗਾ ਕਿ ਨੰਬਰ ਆਫ ਇਲੈਕਟ੍ਰੋਨ ਜਿਹੜੇ ਆ, ਠੀਕ ਹੈ, ਉਹ ਹੈਗੇ ਆ 8, ਪ੍ਰੋਟੋਨ ਵੀ ਹੈਗੇ ਆ
8 ਤਾਂ ਆਪਾਂ ਐਟੋਮਿਕ ਨੰਬਰ ਫਾਈਂਡ ਕਰਨਾ Z ਫਾਈਂਡ ਕਰਨਾ ਠੀਕ ਹੈ। ਹੁਣ ਐਟੋਮਿਕ ਨੰਬਰ ਆਪਾਂ ਕਿਹਾ ਸੀ ਬਰਾਬਰ ਹੁੰਦਾ P ਦੇ ਜਾਂ ਨੰਬਰ ਆਫ ਇਲੈਕਟ੍ਰੋਨਸ ਦੇ ਠੀਕ ਹੈ। ਉਹ ਹੈਗੇ ਆ 8 ਤਾਂ ਇਹਦਾ ਮਤਲਬ ਐਟੋਮਿਕ ਨੰਬਰ ਵੀ ਸਾਡਾ 8 ਹੀ ਹੋਊਗਾ ਐਲੀਮੈਂਟ ਦਾ ਠੀਕ ਹੈ ਨਾ। ਐਟੋਮਿਕ ਨੰਬਰ ਵੀ 8 ਹੀ ਹੋਏਗਾ ਬੱਚੇ ਠੀਕ ਹੈ। Yes, ma'am. ਹਾਂਜੀ ਦੈਨ ਉਹਨੇ ਸੈਕਿੰਡ ਪਾਰਟ ਪੁੱਛਿਆ ਵਟ ਇਜ਼ ਦਾ ਚਾਰਜ ਔਨ ਐਨ ਐਟਮ ਚਾਰਜ ਕਿੰਨਾ ਹੋਏਗਾ ਤਾਂ ਤੁਸੀਂ ਦੇਖੋ ਜਿੰਨੇ ਇਲੈਕਟ੍ਰੋਨ ਆ ਉਨੇ ਹੀ ਪ੍ਰੋਟੋਨ ਆ ਦੋਨੇ ਬਰਾਬਰ ਆ ਤਾਂ ਚਾਰਜ ਕੋਈ ਹੋਏਗਾ ਹੀ ਨਹੀਂ ਨਿਊਟਰਲ ਹੋਏਗਾ ਐਟਮ ਠੀਕ ਹੈ ਨਾ। ਜੇ ਤਾਂ ਇਲੈਕਟ੍ਰੋਨ ਵੱਧ ਜਾਂ ਘੱਟ ਹੁੰਦੇ ਫੇਰ ਕੋਈ ਚਾਰਜ ਹੁੰਦਾ ਜਦੋਂ ਦੋਨੋਂ ਬਰਾਬਰ ਆ ਤਾਂ ਕੋਈ ਚਾਰਜ ਨਹੀਂ ਹੋਏਗਾ ਐਟਮ ਵਿਲ ਬੀ ਨਿਊਟਰਲ ਠੀਕ ਹੈ। ਕਲੀਅਰ ਹੈ ਜੀ ਸਾਰਿਆਂ ਨੂੰ ਇੱਥੋਂ ਤੱਕ ਯੈਸ ਮੈਮ। ਹਾਂਜੀ then ਦੇਖੋ 13th question ਆ the number of electron protons and neutrons in oxygen and sulfur are 8 8 8 and 16 16 16 okay ਆਪਾਂ ਮਾਸ ਨੰਬਰ ਫਾਈਂਡ ਕਰਨਾ ਹੈ। ਮੈਂ ਤੁਹਾਨੂੰ ਕੁਐਸਚਨ ਸਮਝਾਉਣੀ ਹੈ ਕਿ ਕੀ ਗਿਵਨ ਆ। ਉਹਨੇ ਕਿਹਾ ਹੈਗਾ ਆਕਸੀਜਨ ਤੇ ਸਲਫਰ ਆ ਸਾਡੇ ਕੋਲੇ ਠੀਕ ਹੈ। ਉਹਦੇ ਚ ਇਲੈਕਟ੍ਰੋਨ ਪ੍ਰੋਟੋਨ ਤੇ ਨਿਊਟਰੋਨ ਦਿੱਤੇ ਹੋਏ ਆ 8 8 8 16 16 16 ਮਤਲਬ ਕਿ ਆਕਸੀਜਨ ਦੇ ਵਿੱਚ ਇਲੈਕਟ੍ਰੋਨ ਵੀ 8 ਆ ਪ੍ਰੋਟੋਨ ਵੀ 8 ਆ ਨਿਊਟਰੋਨ ਵੀ 8 ਆ ਸਲਫਰ ਦੇ ਵਿੱਚ ਵੀ ਤਿੰਨੋਂ ਚੀਜ਼ਾਂ ਜਿਹੜੀਆਂ 16 ਆ। ਉਹਨੇ ਮਾਸ ਨੰਬਰ ਪੁੱਛਿਆ ਠੀਕ ਹੈ। ਤਾਂ ਮਾਸ ਨੰਬਰ ਆਪਾਂ ਨੂੰ ਪਤਾ ਵੀ N+P ਦੇ ਇਕੁਅਲ ਹੁੰਦਾ ਤੇ 8 + 8 ਕਿੰਨਾ ਹੋ ਜਾਊਗਾ 16 ਠੀਕ ਹੈ। ਇਹਦੇ ਵਿੱਚ ਵੀ N+P ਦੇ ਇਕੁਅਲ ਹੋਊਗਾ ਤਾਂ ਦੋਨੋਂ ਚੀਜ਼ਾਂ 16 16 ਆ ਤਾਂ ਇਹ ਹੋ ਜਾਊਗਾ 32 ਕਲੀਅਰ ਹੈ ਜੀ। ਯੈਸ ਮੈਮ। ਹਾਂਜੀ ਨੈਕਸਟ ਦੇਖੋ ਆਪਣੇ ਕੋਲ 14th ਕੁਐਸਚਨ ਆ ਫॉर ਦਾ ਸਿੰਬਲ H D and T ਉਹ ਕਹਿੰਦਾ ਟੈਬੂਲੇਟ ਕਰੋ 3 ਫੰਡਾਮੈਂਟਲ ਪਾਰਟੀਕਲਸ ਪ੍ਰੈਜ਼ੈਂਟ ਇਨ them ਠੀਕ ਹੈ। H D ਤੇ T ਹੈ ਕੀ H ਹੈਗਾ ਹਾਈਡਰੋਜਨ ਜਾਂ ਪ੍ਰੋਟੀਅਮ ਠੀਕ ਹੈ। D ਹੈਗਾ ਰਜੇ ਡਿਊਟੀਰੀਅਮ ਤੇ T ਹੈਗਾ ਟ੍ਰੀਟੀਅਮ। ਮੈਂ ਤੁਹਾਨੂੰ ਐਗਜ਼ਾਮਪਲ 'ਚ ਵੀ ਦੱਸਿਆ ਸੀ ਇਹ 11H ਹੁੰਦਾ ਇਹ 12 ਹੁੰਦਾ ਇਹ 13 ਹੁੰਦਾ ਠੀਕ ਹੈ। ਸੋ ਉਹਨੇ ਕਿਹਾ ਵੀ ਤਿੰਨੋਂ ਚੀਜ਼ਾਂ ਲਿਖੋ ਕਿੰਨੀਆਂ ਕਿੰਨੀਆਂ ਪ੍ਰੋਟੋਨ ਇਲੈਕਟ੍ਰੋਨ ਤੇ ਨਿਊਟਰੋਨ ਤਿੰਨੋਂ ਚੀਜ਼ਾਂ ਲਿਖੋ ਕਿੰਨੀਆਂ ਹੈਗੀਆਂ। ਤਿੰਨਾਂ ਦੇ ਵਿੱਚ ਇੱਕ ਇੱਕ ਪ੍ਰੋਟੋਨ ਆ ਕਿਉਂਕਿ ਐਟੋਮਿਕ ਨੰਬਰ 1 ਆ ਤਿੰਨਾਂ ਦਾ ਠੀਕ ਹੈ। ਤੇ ਜਿੰਨੇ ਪ੍ਰੋਟੋਨ ਹੁੰਦੇ ਆ ਉਨੇ ਇਲੈਕਟ੍ਰੋਨ ਹੁੰਦੇ ਆ ਸੋ ਇੱਕ ਇੱਕ ਹੀ ਇਲੈਕਟ੍ਰੋਨ ਆ ਠੀਕ ਹੈ। ਹੁਣ ਇਹਦੇ ਵਿੱਚ 1 ਆ ਮਾਸ ਨੰਬਰ ਵੀ ਮਤਲਬ ਉਹ ਪ੍ਰੋਟੋਨ ਹੀ ਆ ਨੋ ਨਿਊਟਰੋਨ ਇਜ਼ देयर ਠੀਕ ਹੈ। ਇਹਦੇ ਵਿੱਚ ਆਪਾਂ ਕਿਹਾ ਵੀ ਇੱਕ ਤਾਂ ਪ੍ਰੋਟੋਨ ਆ ਇਹਦਾ ਮਾਸ ਨੰਬਰ ਹੈਗਾ 2 ਤਾਂ 2 - 1 1 ਨਿਊਟਰੋਨ ਆ ਠੀਕ ਹੈ। ਹੁਣ ਇਹਦੇ ਵਿੱਚ ਹੈਗਾ 3 ਮਾਸ ਨੰਬਰ ਤਾਂ ਇਹਦੇ ਵਿੱਚ ਇੱਕ ਤਾਂ ਪ੍ਰੋਟੋਨ ਆ ਹਨਾ 3 - 1 2 ਇਹਦੇ ਚ ਨਿਊਟਰੋਨ ਹੋਣਗੇ। ਆ ਟੇਬਲ ਸਾਰਿਆਂ ਨੂੰ ਸਮਝ ਆਇਆ ਕਿ ਨਹੀਂ ਦੱਸੋ। ਯੈਸ ਮੈਮ। ਰਾਜੇ ਜਿੰਨਾ ਮੈਂ ਦੁਬਾਰਾ ਦੱਸ ਦਿੰਨੀ ਆ ਜਿੰਨਾ ਪੈਰ ਚ ਵੈਲਿਊ ਹੁੰਦੀ ਹੈ ਠੀਕ ਹੈ ਉਹਦਾ ਹੁੰਦਾ ਐਟੋਮਿਕ ਨੰਬਰ ਓਨੇ ਹੀ ਪ੍ਰੋਟੋਨ ਹੋਣਗੇ ਓਨੇ ਹੀ ਇਲੈਕਟ੍ਰੋਨ ਹੋਣਗੇ। ਉੱਪਰ ਵਾਲੀ ਵੈਲਿਊ ਚੋਂ ਨੀਚੇ ਵਾਲੀ ਵੈਲਿਊ ਮਾਈਨਸ ਕਰ ਦੋ ਨੰਬਰ ਆਫ ਨਿਊਟਰੋਨਸ ਜਿਹੜੇ ਉਹ ਫਾਈਂਡ ਹੋ ਜਾਣਗੇ 1 - 1 0 2 - 1 1 3 - 1 2 ਠੀਕ ਹੈ ਜੀ ਕਲੀਅਰ ਹੈ। ਹਾਂਜੀ ਬੱਚੇ ਹੁਣ ਅੱਜ ਆਪਾਂ ਇੱਥੋਂ ਤੱਕ ਹੀ